एवरीवन वेलकम टू स्टडी शॉर्टकट्स योर स्टडी बिकम्स ईजियर। ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੈ ਜੀ 835 ਈਟੀਡੀ ਦੇ ਪੋਸਟ ਆਊਟ ਹੋ ਚੁੱਕੀਆਂ ਨੇ। ਕਾਫੀ ਟਾਈਮ ਤੋਂ ਵੇਟ ਚੱਲ ਰਹੀ ਸੀ, ਫਾਈਨਲੀ ਪੋਸਟ ਆਊਟ ਹੋ ਚੁੱਕੀਆਂ ਨੇ। ਤੇ ਜਿਵੇਂ ਹੀ ਪੋਸਟ ਆਊਟ ਹੋਈਆਂ ਜੀ ਉਹਨਾਂ ਦੀ ਐਡਵਰਟੀਜ਼ਮੈਂਟ ਦੇ ਵਿੱਚ ਸਪੈਸ਼ਲੀ ਵਰਡ ਲਿਖਿਆ ਹੋਇਆ ਸੀ ਕਿ ਇਹ ਪੋਸਟਾਂ ਡਿਸਐਡਵਾਂਟੇਜਸ ਏਰੀਆਜ਼ ਦੇ ਵਿੱਚ ਹੈ। ਹੁਣ ਤੱਕ ਦੀਆਂ ਜੋ ਪੋਸਟ ਆਊਟ ਹੁੰਦੀਆਂ ਸੀ ਉਹਨਾਂ ਦੇ ਵਿੱਚ ਬੋਰਡਰ ਏਰੀਆ ਲਿਖਿਆ ਹੁੰਦਾ ਸੀ, ਲੇਕਿਨ ਇਹਨਾਂ ਪੋਸਟਾਂ ਦੇ ਵਿੱਚ ਡਿਸਐਡਵਾਂਟੇਜਸ ਏਰੀਆ ਲਿਖਿਆ ਹੋਇਆ। ਸੋ ਬਹੁਤ ਸਾਰੇ ਡਾਊਟਸ ਜਿਹੜੇ ਆ ਉਹ ਕੈਂਡੀਡੇਟਸ ਦੇ ਆ ਰਹੇ ਸੀ ਕਿ ਮੈਮ ਡਿਸਐਡਵਾਂਟੇਜਸ ਏਰੀਆਜ਼ ਕਿਹੜੇ ਨੇ, ਕਿੰਨਾ ਏਰੀਆ ਨੂੰ ਡਿਸਐਡਵਾਂਟੇਜਸ ਏਰੀਆਜ਼ ਕਿਹਾ ਜਾਂਦਾ, ਤੇ ਨਵੀਂ ਭਰਤੀ ਜਿਹੜੀ ਆਊਟ ਹੋਈ ਹੈ ਉਹਨਾਂ ਦੀ ਪੋਸਟਿੰਗ ਕਿੱਥੇ ਹੋਏਗੀ ਰਿਗਾਰਡਿੰਗ ਪੂਰੀ ਇਨਫੋਰਮੇਸ਼ਨ ਲੈ ਕੇ ਆਏ ਹਾਂ ਜੀ ਆਪਾਂ ਤੁਹਾਡੇ ਲਈ। ਸੋ ਵੀਡੀਓ ਨੂੰ ਐਂਡ ਤੱਕ ਬਿਨਾਂ ਸਕਿਪ ਕੀਤੇ ਜ਼ਰੂਰ ਦੇਖਿਓ। ਜੇ ਤੁਸੀਂ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ, ਟੈਲੀਗ੍ਰਾਮ ਚੈਨਲ ਨੂੰ ਜ਼ਰੂਰ ਜੁਆਇਨ ਕਰੋ ਤਾਂ ਕਿ ਹਰ ਇੱਕ ਲੇਟੈਸਟ ਇਨਫੋਰਮੇਸ਼ਨ ਟਾਈਮ ਸਿਰ ਤੇ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਉਸਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ। ਹਾਂਜੀ, ਸ਼ੁਰੂ ਕਰਦੇ ਆਪਣੀ ਵੀਡੀਓ ਨੂੰ। ਐਡਵਾਂਟੇਜਸ ਏਰੀਆਜ਼ ਕਿਹੜੇ ਹੁੰਦੇ ਆ, ਕਿਹੜੇ ਏਰੀਆਜ਼ ਇਹਦੇ ਵਿੱਚ ਇਨਕਲੂਡ ਕੀਤੇ ਗਏ ਆ, ਇਸ ਦੇ ਬਿੱਲ ਬਾਰੇ ਪੂਰੀ ਇਨਫੋਰਮੇਸ਼ਨ ਆਪਾਂ ਤੁਹਾਨੂੰ ਦੇਵਾਂਗੇ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਜੀ, ਪੰਜਾਬ ਐਜੂਕੇਸ਼ਨ ਪੋਸਟਿੰਗ ਆਫ ਟੀਚਰਸ ਇਨ ਡਿਸਐਡਵਾਂਟੇਜਸ ਏਰੀਆ ਬਿੱਲ 2021 ਨਵਾਂ ਬਿੱਲ ਜਿਹੜਾ 2021 ਦੇ ਵਿੱਚ ਪੰਜਾਬ ਸਰਕਾਰ ਲੈ ਕੇ ਆਈ ਸੀ। ਨਾਲ ਪੰਜਾਬ ਐਜੂਕੇਸ਼ਨ ਅਮੈਂਡਮੈਂਟ ਬਿੱਲ 2021 ਵੀ ਪੰਜਾਬ ਸਰਕਾਰ 2021 ਦੇ ਵਿੱਚ ਹੀ ਲੈ ਕੇ ਆਈ ਸੀ। ਇਸ ਦੇ ਬਾਰੇ ਡਿਟੇਲ ਇਨਫੋਰਮੇਸ਼ਨ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਊਂਗੀ। ਉਸ ਤੋਂ ਪਹਿਲਾਂ ਮੈਂ ਥੋੜੀ ਜਿਹੀ ਬਰੀਫ ਦੇ ਵਿੱਚ ਤੁਹਾਨੂੰ ਦੱਸ ਦੇਵਾਂ ਕਿ 635 ਈਟੀਡੀ ਦੇ ਪੋਸਟਾਂ ਦੇ ਵਿੱਚ ਜਿਹੜੀ ਭਰਤੀ ਡਿਸਐਡਵਾਂਟੇਜਸ ਏਰੀਆਜ਼ ਦੇ ਵਿੱਚ ਹੋਣੀ ਹੈ ਉਹ ਅਸਲ ਦੇ ਵਿੱਚ ਬੋਰਡਰ ਏਰੀਆਜ਼ ਹੀ ਹੈ। ਲੇਕਿਨ ਉਸ ਦੇ ਵਿੱਚ ਫਰਕ ਕੀ ਹੈਗਾ ਜੀ, ਪਹਿਲਾਂ ਸਿਰਫ ਬੋਰਡਰ ਏਰੀਆਜ਼ ਹੀ ਹੋਇਆ ਕਰਦੇ ਸੀ, ਇਸ ਲਈ ਭਰਤੀ ਦੇ ਨਾਲ ਬੋਰਡਰ ਏਰੀਆ ਲਿਖਿਆ ਜਾਂਦਾ ਸੀ। ਲੇਕਿਨ ਹੁਣ ਕੁਝ ਏਰੀਆਜ਼ ਡਿਸਐਡਵਾਂਟੇਜਸ ਏਰੀਆਜ਼ ਜਿਹੜੇ ਆ ਘੋਸ਼ਿਤ ਕਰ ਦਿੱਤਾ ਗਿਆ, ਜਿਸ ਦੇ ਵਿੱਚ ਬੋਰਡਰ ਏਰੀਆਜ਼ ਵੀ ਨੇ ਤੇ ਕੁਝ ਹੋਰ ਏਰੀਆਜ਼ ਵੀ ਉਹਦੇ ਵਿੱਚ ਆਉਂਦੇ ਨੇ। ਉਸ ਦੇ ਬਾਰੇ ਪੂਰੀ ਇਨਫੋਰਮੇਸ਼ਨ ਆਪਾਂ ਤੁਹਾਨੂੰ ਦੇਵਾਂਗੇ। ਇਸ ਦੇ ਵਿੱਚ ਜੋ ਰੂਲ ਬਣਾਇਆ ਗਿਆ ਜੀ ਉਹ ਬਰੀਫ ਦੇ ਵਿੱਚ ਰੂਲ ਇਹ ਹੈ ਕਿ ਜਦੋਂ ਵੀ ਪਹਿਲੀ ਭਰਤੀ ਹੋਏਗੀ ਉਸਦੀ ਪਹਿਲੀ ਪੋਸਟਿੰਗ ਜਿਹੜੀ ਆ ਉਹ ਡਿਸਐਡਵਾਂਟੇਜਸ ਏਰੀਆ ਜਿਹਦੇ ਵਿੱਚ ਬੋਰਡਰ ਏਰੀਆ ਪਲੱਸ ਕੁਝ ਹੋਰ ਏਰੀਆਜ਼ ਆਉਂਦੇ ਨੇ ਉੱਥੇ ਹੀ ਹੋਇਆ ਕਰੇਗੀ, ਚਾਹੇ ਉਹ ਭਰਤੀ ਬੋਰਡਰ ਏਰੀਆ ਦੀ ਹੈ ਚਾਹੇ ਨੋਨ ਬੋਰਡਰ ਏਰੀਆ ਦੀ ਹੈ। ਹੁਣ ਇੱਦਾਂ ਦੀ ਕਰਕੇ ਕੋਈ ਵੀ ਭਰਤੀ ਨਹੀਂ ਨਿਕਲਿਆ ਕਰੇਗੀ। ਜਿਹੜੀ ਵੀ ਭਰਤੀ ਹੋਏਗੀ ਸਭ ਤੋਂ ਪਹਿਲੀ ਪੋਸਟਿੰਗ ਉਹਨਾਂ ਦੀ ਡਿਸਐਡਵਾਂਟੇਜਸ ਏਰੀਆਜ਼ ਦੇ ਵਿੱਚ ਹੋਇਆ ਕਰੇਗੀ। ਤੇ ਉੱਥੇ ਜਿਹੜੀ ਭਰਤੀ ਆਲਰੇਡੀ ਹੋਈ ਹੈ, ਯਾਨੀ ਕਿ ਉੱਥੇ ਜਿਹੜੇ ਟੀਚਰਸ ਆਲਰੇਡੀ ਕੰਮ ਕਰ ਰਹੇ ਹੋਣਗੇ ਉਹਨਾਂ ਦੀ ਫਿਰ ਟ੍ਰਾਂਸਫਰ ਹੋ ਜਾਇਆ ਕਰੇਗੀ ਆਪਣੇ ਹੋਮ ਟਾਊਨ ਦੇ ਵਿੱਚ, ਜਿੱਥੇ ਵੀ ਉਹ ਲੈਣਾ ਚਾਹੁੰਦੇ ਨੇ ਤੇ ਜਿੱਥੇ ਵੀ ਸੀਟਸ ਵੇਕੈਂਟ ਹੋਣਗੀਆਂ। ਜਿਹੜਾ ਬਿੱਲ ਹੈ 3704 ਦੀ ਪੋਸਟਿੰਗ ਜਿਹੜੇ ਕੰਪਲੀਟ ਨਹੀਂ ਹੋਈ ਸੀ ਉਦੋਂ ਇਹ ਬਿੱਲ ਆਇਆ ਸੀ। 3704 ਦੀ ਜਿਹੜੀ ਪੂਰੀ ਭਰਤੀ ਮੁਕੰਮਲ ਹੋ ਚੁੱਕੀ ਹੈ। ਸੋ ਆਪਾਂ ਦੇਖ ਸਕਦੇ ਹਾਂ ਜੀ, ਪਹਿਲਾਂ ਉਹਨਾਂ ਨੂੰ ਬੋਰਡਰ ਏਰੀਆ ਦੇ ਵਿੱਚ ਲਗਾਇਆ ਗਿਆ ਤੇ ਜਿਵੇਂ ਨੈਕਸਟ ਭਰਤੀ ਆਊਟ ਹੋਈ ਹੈ ਤਾਂ ਉਹ ਨੈਕਸਟ ਭਰਤੀ ਦੇ ਸਟੇਸ਼ਨ ਦੇਣ ਤੋਂ ਪਹਿਲਾਂ 3704 ਦੀ ਜਿਹੜੀ ਕੋਈ ਹਲੇ ਸਾਲ ਵੀ ਪੂਰਾ ਨਹੀਂ ਹੋਇਆ ਸੀ ਉਹਨਾਂ ਦੀ ਭਰਤੀ ਨੂੰ, ਉਹਨਾਂ ਦੀ ਪ੍ਰੋਬੇਸ਼ਨ ਪੀਰੀਅਡ ਕੰਪਲੀਟ ਹੋਣ ਤੋਂ ਪਹਿਲਾਂ ਹੀ ਉਹਨਾਂ ਦੀ ਟ੍ਰਾਂਸਫਰ ਉਹਨਾਂ ਨੂੰ ਅਲੋਅ ਕਰ ਦਿੱਤੀ ਗਈ ਹੈ ਤਾਂ ਕਿ ਉਹ ਹੋਮ ਟਾਊਨ ਦੇ ਵਿੱਚ ਆ ਕੇ ਆਪਣੀ ਭਰਤੀ ਲੈ ਸਕਣ। ਨਾਲ ਕੀ ਹੈ ਜੀ, ਡਿਸਐਡਵਾਂਟੇਜਸ ਏਰੀਆਜ਼ ਦੇ ਵਿੱਚ ਵੀ ਜਿਹੜੇ ਟੀਚਰਸ ਜਿੱਥੇ ਨਹੀਂ ਅਵੇਲੇਬਲ ਹੋ ਪਾਉਂਦੇ ਉੱਥੇ ਤੱਕ ਭਰਤੀ ਜਿਹੜੀ ਹੈ ਪਹੁੰਚਦੀ ਹੈ, ਟੀਚਰਸ ਪਹੁੰਚਦੇ ਨੇ। ਪੀਰੀਅਡ ਖਤਮ ਹੋਣ ਤੋਂ ਪਹਿਲਾਂ ਹੀ ਜਲਦੀ ਹੀ ਜਿਵੇਂ ਨਵੀਂ ਭਰਤੀ ਆਉਂਦੀ ਹੈ ਤਾਂ ਉੱਥੇ ਕੰਮ ਕਰ ਰਹੇ ਟੀਚਰਸ ਨੂੰ ਆਪਣੇ ਹੋਮ ਟਾਊਨ ਦੇ ਵਿੱਚ ਲੈਣ ਦਾ ਮੌਕਾ ਮਿਲ ਜਾਂਦਾ ਹੈ, ਯਾਨੀ ਕਿ ਟ੍ਰਾਂਸਫਰ ਕਰਾਉਣ ਦਾ ਮੌਕਾ ਮਿਲ ਜਾਂਦਾ ਹੈ। 2364 ਈਟੀਟੀ ਦੀ ਜਦੋਂ 2364 ਭਰਤੀ ਪੂਰੀ ਹੋਏਗੀ ਤਾਂ ਉਹਨਾਂ ਨੂੰ ਬੋਰਡਰ ਏਰੀਆ ਦੇ ਵਿੱਚ ਲਗਾਇਆ ਜਾਏਗਾ ਤੇ ਉਸ ਤੋਂ ਬਾਅਦ ਜਿਵੇਂ 835 ਦੀ ਜਿਹੜਾ ਪੂਰਾ ਪ੍ਰੋਸੈਸ ਨੂੰ ਮੁਕੰਮਲ ਕੀਤਾ ਜਾਏਗਾ, ਉਸਦਾ ਪੇਪਰ ਲਿਆ ਜਾਏਗਾ ਤੇ ਉਸ ਤੋਂ ਬਾਅਦ ਉਹਦੀ ਜਦੋਂ ਭਰਤੀ ਕੀਤੀ ਜਾਏਗੀ ਉਸਨੂੰ ਸਟੇਸ਼ਨ ਦਿੱਤੇ ਜਾਣਗੇ ਤਾਂ ਉਸ ਤੋਂ ਪਹਿਲਾਂ 2364 ਨੂੰ ਜਿਹੜੇ ਟ੍ਰਾਂਸਫਰ ਕਰਕੇ ਆਪਣੇ ਹੋਮ ਟਾਊਨ ਦੇ ਵਿੱਚ ਉਹਨਾਂ ਨੂੰ ਟ੍ਰਾਂਸਫਰ ਕਰ ਦਿੱਤੀ ਜਾਏਗੀ ਤੇ 635 ਦਾ ਜਿਹੜੀ ਪੋਸਟਿੰਗ ਹੈ ਉਹ ਡਿਸਐਡਵਾਂਟੇਜਸ ਏਰੀਆ ਦੇ ਵਿੱਚ ਲਗਾਈ ਜਾਏਗੀ। ਇਸ ਦੇ ਵਿੱਚ ਇੱਕ ਹੋਰ ਪੁਆਇੰਟ ਹੈਗਾ ਜੀ ਕਿ ਡਿਸਐਡਵਾਂਟੇਜਸ ਏਰੀਆ ਯਾਨੀ ਕਿ ਬੋਰਡਰ ਏਰੀਆ ਪਲੱਸ ਕੁਝ ਹੋਰ ਏਰੀਆਜ਼ ਜੋ ਉਸ ਦੇ ਵਿੱਚ ਇਨਕਲੂਡ ਕੀਤੇ ਹੈ ਉਹ ਸਾਰਿਆਂ ਦੇ ਵਿੱਚ ਮੰਨ ਲਓ ਅਗਰ ਉਨੀਆਂ ਪੋਸਟਾਂ ਵੇਕੈਂਟ ਨਹੀਂ ਹੈ ਜਿੰਨੀ ਨਵੀਂ ਭਰਤੀ ਆਊਟ ਹੋਈ ਹੈ। ਫੋਰ ਐਗਜ਼ਾਮਪਲ ਆਪਾਂ ਮੰਨ ਲੈਂਦੇ ਹਾਂ ਜੀ ਡਿਸਐਡਵਾਂਟੇਜਸ ਏਰੀਆਜ਼ ਦੇ ਵਿੱਚ ਸਾਰੇ ਏਰੀਆਜ਼ ਨੂੰ ਮਿਲਾ ਕੇ ਜੋ ਉੱਥੇ ਬੋਰਡਰ ਏਰੀਆ ਪਲੱਸ ਕੁਝ ਹੋਰ ਏਰੀਆਜ਼ ਹੈ ਉਹਨਾਂ ਸਾਰਿਆਂ ਨੂੰ ਮਿਲਾ ਕੇ ਮੰਨ ਲਓ ਉੱਥੇ ਔਰ 2364 ਈਟੀਟੀ ਟ੍ਰਾਂਸਫਰ ਹੋਣ ਤੋਂ ਬਾਅਦ ਟੋਟਲ ਉੱਥੇ ਜਿਹੜੀਆਂ ਪੋਸਟਾਂ ਨੇ ਅਵੇਲੇਬਲ ਉਹ 6000 ਪੋਸਟਾਂ ਨੇ। ਤਾਂ ਹੁਣ ਟੋਟਲ ਆਪਣੇ ਪਾਸ ਭਰਤੀ ਹੈਗੀ ਜੀ 635 ਦੀ। ਮੰਨ ਲਓ ਅਗਰ ਉੱਥੇ 6000 ਪੋਸਟਾਂ ਨੇ ਤਾਂ 6000 ਕੈਂਡੀਡੇਟਸ ਤਾਂ ਡਿਸਐਡਵਾਂਟੇਜਸ ਏਰੀਆ ਦੇ ਵਿੱਚ ਲੱਗ ਜਾਣਗੇ ਤਾਂ ਜਿਹੜੇ 635 ਕੈਂਡੀਡੇਟਸ ਰਹਿ ਜਾਣਗੇ ਤਾਂ ਫਿਰ 635 ਪਹਿਲੇ ਮੈਰੀਟੋਰੀਅਸ ਜਿਹੜੇ ਕੈਂਡੀਡੇਟਸ ਹੋਣਗੇ ਉਹਨਾਂ ਨੂੰ ਫਿਰ ਨਵੀਂ ਭਰਤੀ ਦੇ ਵਿੱਚ ਵੀ ਉਹਨਾਂ ਨੂੰ ਆਪਣਾ ਹੋਮ ਟਾਊਨ ਮਿਲਣ ਦੇ ਪੂਰੇ ਚਾਂਸਿਸ ਹੈਗੇ ਜੀ। ਫਿਰ ਉਹਨਾਂ ਨੂੰ ਆਪਣਾ ਹੋਮ ਟਾਊਨ ਮਿਲ ਜਾਏਗਾ ਮੈਰੀਟੋਰੀਅਸ ਵਾਲਿਆਂ ਨੂੰ, ਅਗਰ ਉੱਥੇ ਸੀਟਸ ਜਿਹੜੀਆਂ ਉਨੀਆਂ ਅਵੇਲੇਬਲ ਨਹੀਂ ਹੁੰਦੀਆਂ ਜਿੰਨੀਆਂ ਨਵੀਂ ਭਰਤੀ ਆਊਟ ਹੋਈ ਹੈ। ਸੋ ਇਸ ਦੇ ਵਿੱਚ ਪੂਰੀ ਇਨਫੋਰਮੇਸ਼ਨ ਇਹ ਹੈ ਕਿ ਪਹਿਲੀ ਭਰਤੀ ਜਿਹੜੀ ਹੈ ਉਹਨਾਂ ਦੀ ਪਹਿਲੀ ਪੋਸਟਿੰਗ ਹੋਏਗੀ ਉਹ ਡਿਸਐਡਵਾਂਟੇਜਸ ਏਰੀਆ ਦੇ ਵਿੱਚ ਹੋਏਗੀ। ਉੱਥੇ ਜਿਹੜੇ ਪਹਿਲਾਂ ਤੋਂ ਆਲਰੇਡੀ ਟੀਚਰਸ ਕੰਮ ਕਰ ਰਹੇ ਹੋਣਗੇ ਉਹਨਾਂ ਨੂੰ ਹੋਮ ਟਾਊਨ ਆਪਣਾ ਟ੍ਰਾਂਸਫਰ ਕਰਾਉਣ ਦਾ ਮੌਕਾ ਮਿਲੇਗਾ, ਚਾਹੇ ਉਹਨਾਂ ਦਾ ਪ੍ਰੋਬੇਸ਼ਨ ਪੀਰੀਅਡ ਕੰਪਲੀਟ ਨਹੀਂ ਵੀ ਹੋਇਆ। ਪ੍ਰੋਬੇਸ਼ਨ ਪੀਰੀਅਡ 3 ਸਾਲ ਦਾ ਹੀ ਰਹੇਗਾ ਤੇ ਜਿਵੇਂ ਨਵੀਂ ਭਰਤੀ ਉੱਥੇ ਜਾਏਗੀ ਅਗਰ ਤਾਂ ਪੂਰੀ ਭਰਤੀ ਲਈ ਉੱਥੇ ਸੀਟਸ ਅਵੇਲੇਬਲ ਹੈ ਤਾਂ ਉੱਥੇ ਹੋ ਜਾਏਗੀ, ਅਗਰ ਸੀਟਸ ਅਵੇਲੇਬਲ ਨਹੀਂ ਹੈ ਤਾਂ ਮੈਰੀਟੋਰੀਅਸ ਜਿੰਨੀਆਂ ਸੀਟਸ ਘੱਟ ਨੇ ਮੈਰੀਟੋਰੀਅਸ ਕੈਂਡੀਡੇਟਸ ਨੂੰ ਆਪਣੇ ਹੋਮ ਟਾਊਨ ਦੇ ਵਿੱਚ ਜੋਬ ਲੈਣ ਦਾ ਮੌਕਾ ਮਿਲ ਜਾਏਗਾ, ਯਾਨੀ ਕਿ ਉਹਨਾਂ ਨੂੰ ਪਹਿਲਾਂ ਹੀ ਆਪਣੇ ਹੋਮ ਟਾਊਨ ਦੇ ਵਿੱਚ ਜੋਬ ਮਿਲ ਸਕਦੀ ਹੈ। ਇਸ ਦੇ ਰਿਗਾਰਡਿੰਗ ਪੂਰਾ ਬਿੱਲ ਜਿਹੜਾ ਪੇਸ਼ ਕੀਤਾ ਗਿਆ ਸੀ 2021 ਦੇ ਵਿੱਚ, ਉਸ ਦੇ ਬਾਰੇ ਤੁਸੀਂ ਪੂਰੀ ਜਾਣਕਾਰੀ ਇਸ 'ਤੇ ਦੇਖ ਸਕਦੇ ਹੋ।
ਤਾਂ ਆਪਾਂ ਜੀ ਬਿੱਲ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ, ਜਿਹੜਾ ਬਿੱਲ 8 ਮਾਰਚ 2021 ਨੂੰ ਜਿਹੜਾ ਪਾਸ ਕੀਤਾ ਗਿਆ, ਪਹਿਲਾਂ ਪ੍ਰੈਜ਼ੈਂਟ ਕੀਤਾ ਗਿਆ ਸੀ ਜੀ, ਕੱਲ੍ਹ ਉਸ ਨੂੰ ਪਾਸ ਕਰ ਦਿੱਤਾ ਗਿਆ। ਦ ਪੰਜਾਬ ਐਜੂਕੇਸ਼ਨ ਪੋਸਟਿੰਗ ਆਫ ਟੀਚਰਸ ਇਨ ਡਿਸਐਡਵਾਂਟੇਜਸ ਏਰੀਆਜ਼ ਬਿੱਲ 2021। ਜਦੋਂ ਇਹ ਪ੍ਰੈਜ਼ੈਂਟ ਕੀਤਾ ਗਿਆ ਸੀਗਾ ਜੀ ਵਿਧਾਨ ਸਭਾ ਦੇ ਵਿੱਚ, ਤਦ ਆਪਾਂ ਇਸ ਦੀ ਡਿਟੇਲ ਵੀਡੀਓ ਜਿਹੜੀ ਪਹਿਲਾਂ ਵੀ ਲੈ ਕੇ ਆਏ ਸੀਗੇ ਕਿ ਕੀ ਕੁਛ ਉਸ ਦੇ ਵਿੱਚ ਕਿਹਾ ਗਿਆ ਰਿਗਾਰਡਿੰਗ ਪੋਸਟਿੰਗ ਜਿਹੜੀ ਹੈਗੀ ਬੋਰਡਰ ਏਰੀਆ ਦੇ ਵਿੱਚ ਜਾਂ ਡਿਸਐਡਵਾਂਟੇਜ ਏਰੀਆ ਦੇ ਵਿੱਚ ਕਿਹੜੀ ਉਹਦੇ ਰਿਗਾਰਡਿੰਗ ਕੀ ਉਹਨਾਂ ਨੇ ਨੋਟੀਫਿਕੇਸ਼ਨਸ ਇਹਦੇ ਵਿੱਚ ਦਿੱਤੀਆਂ ਨੇ, ਤੇ ਪਲੱਸ ਪ੍ਰੋਬੇਸ਼ਨ ਪੀਰੀਅਡ ਨੂੰ ਲੈ ਕੇ ਇਹਦੇ ਵਿੱਚ ਬਹੁਤ ਸਾਰਾ ਡਾਊਟ ਬਣਿਆ ਹੋਇਆ ਸੀ, ਤੇ ਉਹਦੇ ਆਪਾਂ ਇੱਕ ਡਿਟੇਲ ਵੀਡੀਓ ਬਣਾਈ ਸੀ ਚੈਨਲ ਤੇ। ਉਹ ਬਿੱਲ ਜਿਹੜਾ ਹੈਗਾ ਜੀ ਪਾਸ ਕਰ ਦਿੱਤਾ ਗਿਆ, ਤੇ ਇਹ ਦੀ ਜਿਹੜੀ ਹੈਗੀ ਆ ਬਿਲਡ ਅਪ ਵੀਡੀਓ ਆਪਾਂ ਇੱਥੇ ਤੁਹਾਡੇ ਸਾਹਮਣੇ ਸ਼ੋ ਕਰ ਰਹੇ ਹਾਂ। ਦੇਖੋ ਤੁਸੀਂ ਦੇਖ ਸਕਦੇ ਹੋ ਸਾਰਾ ਇਹ ਡਿਟੇਲ ਜਿਹੜਾ ਹੈਗਾ ਬਿੱਲ ਉਹਨਾਂ ਨੇ ਦਿੱਤਾ ਹੈ, ਤੇ ਇਹਦੇ ਵਿੱਚ ਜਿਹੜਾ ਇੰਪੋਰਟੈਂਟ ਇਨਫੋਰਮੇਸ਼ਨ ਹੈਗੀ ਆਪਾਂ ਉਹਦੀ ਗੱਲ ਕਰਦੇ ਹਾਂ। ਦੇਖੋ ਇਹਦੇ ਵਿੱਚ ਕਿਹਾ ਕਿ ਗਿਆ ਇਸ ਬਿੱਲ ਦੇ ਅਕੋਰਡਿੰਗ ਇਹ ਗੱਲ ਕੀਤੀ ਗਈ ਹੈ ਜੀ ਕਿ ਜਿੰਨੀ ਵੀ ਨਵੀਂ ਭਰਤੀ ਹੋਣੀ ਹੈ 8 ਮਾਰਚ 2021 ਨੂੰ ਇਹ ਬਿੱਲ ਪਾਸ ਹੋਇਆ, ਯਾਨੀ ਕਿ ਉਸ ਤੋਂ ਬਾਅਦ ਹੋਣ ਵਾਲੀ ਸਾਰੀਆਂ ਭਰਤੀਆਂ ਜਿਹੜੀਆਂ ਹੋਣਗੀਆਂ ਉਹਨਾਂ ਤੇ ਇਹ ਲਾਗੂ ਹੋਏਗਾ। ਤੇ ਉਹਦੇ ਅਕੋਰਡਿੰਗ ਇਹ ਹੈਗਾ ਜੀ ਕਿ ਜਿੰਨੀ ਵੀ ਪੋਸਟਿੰਗ ਹੋਏਗੀ ਹੁਣ ਅੱਗੇ ਉਹ ਸਾਰੀ ਜਿਹੜੀ ਹੈ ਡਿਸਐਡਵਾਂਟੇਜਸ ਏਰੀਆ ਦੇ ਵਿੱਚ, ਯਾਨੀ ਕਿ ਉਹਨਾਂ ਦੀ ਇਨੀਸ਼ੀਅਲ ਪੋਸਟਿੰਗ ਜਿਹੜੀ ਹੈ ਸਭ ਤੋਂ ਪਹਿਲੀ ਪੋਸਟਿੰਗ ਜਿਹੜੀ ਪ੍ਰੋਬੇਸ਼ਨ ਪੀਰੀਅਡ ਦੀ ਹੁੰਦੀ ਹੈ ਉਹ ਡਿਸਐਡਵਾਂਟੇਜਸ ਏਰੀਆ ਦੇ ਵਿੱਚ ਹੋਏਗੀ, ਚਾਹੇ ਉਹ ਬਾਰਡਰ ਏਰੀਆ ਦੀ ਪੋਸਟਿੰਗ ਹੈ ਚਾਹੇ ਨੋਨ ਬਾਰਡਰ ਏਰੀਆ ਦੀ ਪੋਸਟਿੰਗ ਹੈ, ਕੋਈ ਉਸ ਦੇ ਨਾਲ ਮੈਟਰ ਨਹੀਂ ਕਰਦਾ। ਹੁਣ ਇਹ ਕੰਪਲਸਰੀ ਕਰ ਦਿੱਤਾ ਹੈ ਕਿ ਜਿਹੜੀ ਟੀਚਰਸ ਦੀ ਜਿਹੜੀ ਪਹਿਲੀ ਪੋਸਟਿੰਗ ਹੈ ਉਹ ਡਿਸਐਡਵਾਂਟੇਜ ਏਰੀਆ ਦੇ ਵਿੱਚ ਹੋਏਗੀ। ਤੇ ਇਹ ਚੀਜ਼ ਹੈ, ਹੁਣ ਇਹ ਜਿਹੜੀ ਪੋਸਟਿੰਗ ਹੈ ਕਿ ਡਿਸਐਡਵਾਂਟੇਜ ਏਰੀਆ ਦੇ ਵਿੱਚ ਰਹੇਗੀ, ਬਾਰਡਰ ਏਰੀਆ ਦੇ ਵਿੱਚ ਹੀ ਹੋਏਗੀ। ਮਤਲਬ ਬਾਰਡਰ ਕਿਹੜੇ ਏਰੀਆਜ਼ ਨੇ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦੇਵਾਂ। ਇੱਕ ਤਾਂ ਬਾਰਡਰ ਏਰੀਆ ਦੇ ਵਿੱਚ ਸਭ ਤੋਂ ਪਹਿਲੀ ਪੋਸਟਿੰਗ ਰਹੇਗੀ ਤੁਹਾਡੀ, ਪਲੱਸ ਨਾਲ ਹੀ ਇਹਨਾਂ ਦੇ ਕੁਝ ਡਿਸਐਡਵਾਂਟੇਜਸ ਏਰੀਆਜ਼ ਵੀ ਇਹਦੇ ਨਾਲ ਐਡ ਕੀਤੇ ਹੋਏ ਆ, ਪਲੱਸ ਕੁਝ ਐਜੂਕੇਸ਼ਨਲ ਬਲੋਕਸ ਵੀ ਜਿਹੜੇ ਹੈਗੇ ਇਹਨਾਂ ਦੇ ਵਿੱਚ ਐਡ ਕੀਤੇ ਹੋਏ ਨੇ। ਤੇ ਇਹਨਾਂ ਨੂੰ ਮਿਲਾ ਕੇ ਜਿਹੜੀ ਹੈਗੀ ਹੈ ਇਹਨਾਂ ਸਾਰੀ ਏਰੀਆਜ਼ ਦੇ ਵਿੱਚ ਪਹਿਲੀ ਪੋਸਟਿੰਗ ਜਿਹੜੀ ਹੈ ਹੁਣ ਹੋਇਆ ਕਰੇਗੀ, ਜਿੰਨੀ ਵੀ ਇਨੀਸ਼ੀਅਲ ਪੋਸਟਿੰਗ ਹੈਗੀ ਆ, ਠੀਕ। ਤੇ ਇਹ ਹੈਗੀ ਜੀ, ਹੁਣ ਮੈਂ ਤੁਹਾਨੂੰ ਦੱਸ ਦੇਵਾਂ ਕਿ ਡਿਸਐਡਵਾਂਟੇਜਸ ਏਰੀਆ ਕਿਹੜੇ ਇਹਨਾਂ ਨੇ ਕਹੇ ਹੈ। ਹਾਂਜੀ ਤੁਸੀਂ ਦੇਖ ਸਕਦੇ ਹੋ ਇੱਥੇ ਆ ਰਿਹਾ ਪੁਆਇੰਟ, ਇਸ ਪੁਆਇੰਟ ਦੇ ਵਿੱਚ ਦਿੱਤੇ ਹੋਏ ਕਿ ਡਿਸਐਡਵਾਂਟੇਜਸ ਏਰੀਆ ਕਿਹੜੇ ਹੈਗੇ ਆ। ਮੀਨਸ ਆਲ ਸਕੂਲ ਸਿਚੁਏਟਡ ਇਨ ਦਾ ਬਾਰਡਰ ਡਿਸਟ੍ਰਿਕਟ, ਮਤਲਬ ਡਿਸਐਡਵਾਂਟੇਜਸ ਏਰੀਆ ਤੋਂ ਮਤਲਬ ਜਿਹੜੇ ਬਾਰਡਰ ਏਰੀਆ ਦੇ ਵਿੱਚ ਡਿਸਟ੍ਰਿਕਟ ਹੈਗੇ ਜਿਵੇਂ ਅੰਮ੍ਰਿਤਸਰ ਹੋ ਗਿਆ, ਗੁਰਦਾਸਪੁਰ ਹੋ ਗਿਆ, ਫਿਰੋਜ਼ਪੁਰ ਹੋ ਗਿਆ, ਫਾਜ਼ਿਲਕਾ, ਪਠਾਨਕੋਟ, ਤਰਨਤਾਰਨ, ਪਲੱਸ ਨਾਲ ਕੁਝ ਐਜੂਕੇਸ਼ਨਲ ਬਲੋਕਸ ਜਿਹੜੇ ਆ ਉਹ ਹੋ ਗਏ। ਐਜੂਕੇਸ਼ਨਲ ਬਲੋਕਸ ਕਿਹੜੇ ਹੋਣਗੇ ਜੀ ਜਿੱਥੇ 20% ਤੋਂ 20% ਜਾਂ ਇਸ ਤੋਂ ਜ਼ਿਆਦਾ ਜਿੱਥੇ ਟੀਚਰਸ ਦੀਆਂ ਪੋਸਟ ਜਿਹੜੀਆਂ ਨੇ ਵੇਕੈਂਟ ਪਈਆਂ ਨੇਗੀਆਂ, ਤਾਂ ਉਹ ਵੀ ਜਿਹੜੇ ਐਜੂਕੇਸ਼ਨਲ ਬਲੋਕਸ ਇਹਦੇ ਅੰਡਰ ਲੈ ਲਏ ਜਾਣਗੇ। ਤੇ ਇਹਨਾਂ ਦੇ ਵਿੱਚ ਸਭ ਤੋਂ ਪਹਿਲੀ ਪੋਸਟਿੰਗ ਜਿਹੜੀ ਆ ਹੋਏਗੀ, ਤੇ ਜਿਹੜੇ ਉੱਥੇ ਆਲਰੇਡੀ ਹੋਣਗੇ ਉਸ ਪੋਸਟ ਦੇ ਜਿਹੜੇ ਟੀਚਰਸ ਆਲਰੇਡੀ ਹੋਣਗੇ ਉਹਨਾਂ ਨੂੰ ਫਿਰ ਟ੍ਰਾਂਸਫਰ ਜਿਹੜੀ ਆ ਉਹਨਾਂ ਦੀ ਕਰਕੇ ਉਹਨਾਂ ਦੇ ਦੂਸਰੇ ਏਰੀਆਜ਼ ਦੇ ਵਿੱਚ, ਯਾਨੀ ਕਿ ਉਹਨਾਂ ਦੇ ਹੋਮ ਟਾਊਨ ਏਰੀਆ ਦੇ ਵਿੱਚ ਉਹਨਾਂ ਦੀ ਟ੍ਰਾਂਸਫਰ ਅਲਾਉ ਕਰ ਦਿੱਤੀ ਜਾਏਗੀ। ਤੇ ਇਹ ਜਿਹੜੇ ਨਵੀਂ ਭਰਤੀ ਹੋਣੀ ਆ ਉਹਨਾਂ ਨੂੰ ਇਹਨਾਂ ਏਰੀਆ ਦੇ ਵਿੱਚ ਜਾ ਕੇ ਆਪਣਾ ਪ੍ਰੋਬੇਸ਼ਨ ਪੀਰੀਅਡ ਜਿਹੜਾ ਕੰਪਲੀਟ ਕਰਨਾ ਹੋਏਗਾ। ਤੇ ਇਹ ਤਾਂ ਹੈਗੀ ਜੀ ਇਨਫੋਰਮੇਸ਼ਨ ਕਿ ਪ੍ਰੋਬੇਸ਼ਨ ਪੀਰੀਅਡ ਤੁਹਾਨੂੰ ਕਿੱਥੇ ਲਗਾਉਣਾ ਹੈ, ਜਾਂ ਨਵੀਂ ਭਰਤੀ ਜਿਹੜੀ ਹੋਏਗੀ ਉਹ ਚਾਹੇ ਕਿਹੜੇ ਵੀ ਏਰੀਆ ਦੀ ਹੈ, ਉਹਦੀ ਸਭ ਤੋਂ ਪਹਿਲੀ ਪੋਸਟਿੰਗ ਜਿਹੜੀ ਹੈ ਬਾਰਡਰ ਏਰੀਆ ਦੇ ਵਿੱਚ ਤੇ ਐਜੂਕੇਸ਼ਨਲ ਬਲੋਕ ਡਿਸਐਡਵਾਂਟੇਜਸ ਏਰੀਆ ਦੇ ਵਿੱਚ ਹੋਏਗੀ। ਇਹ ਕੰਪਲਸਰੀ ਕਰ ਦਿੱਤਾ ਗਿਆ ਸਾਰਿਆਂ ਲਈ। ਫਾਇਦਾ ਮਤਲਬ ਇਸ ਚੀਜ਼ ਦਾ ਇਹ ਹੈਗਾ ਕਿ ਜਿਹੜੇ 3704 ਤੇ 2364 ETT ਵਾਲਿਆਂ ਨੂੰ ਕਿ ਉਹਨਾਂ ਦੀ ਟ੍ਰਾਂਸਫਰਸ ਮੇ ਵੀ ਜਲਦੀ ਹੋ ਸਕਦੀ ਹੈ, ਕਿਉਂਕਿ ਨਵੀਂ ਭਰਤੀ ਨੇ ਤਾਂ ਫਿਰ ਉੱਧਰ ਹੀ ਜਾਣਾ ਹੈ। ਤੇ ਇਹ ਹੈਗਾ ਦੂਸਰਾ ਇਹ ਹੈ ਕਿ ਮੰਨ ਲਓ ਅਗਰ ਉੱਥੇ ਪੋਸਟ ਜਿਹੜੀਆਂ ਹੈਗੀਆਂ ਨੇ ਸਾਰੀਆਂ ਨਾ ਹੋਣ, ਦੇਖੋ ਇੱਥੇ ਇੱਕ ਪੈਰਾਗ੍ਰਾਫ ਮੈਂ ਤੁਹਾਨੂੰ ਦਿਖਾਉਂਦੀ ਹਾਂ। ਹਾਂਜੀ ਤੁਸੀਂ ਦੇਖ ਸਕਦੇ ਹੋ ਆਹ ਜਿਹੜਾ ਪੈਰਾਗ੍ਰਾਫ ਹੈਗੇ ਇਹਨਾਂ ਦੇ ਵਿੱਚ ਇਹੀ ਦੱਸਿਆ ਹੋਇਆ ਕਿ ਮੰਨ ਲਓ ਅਗਰ ਡਿਸਐਡਵਾਂਟੇਜ ਏਰੀਆ ਦੇ ਵਿੱਚ ਨੰਬਰ ਆਫ ਪੋਸਟ ਜਿਹੜੀਆਂ ਅਵੇਲੇਬਲ ਨਹੀਂ ਹੈਗੀਆਂ, ਤਾਂ ਫਿਰ ਜਿਹੜੇ ਮੈਰੀਟੋਰੀਅਸ ਕੈਂਡੀਡੇਟਸ ਹੈਗੇ ਨੇ ਹਾਈ ਮੈਰਿਟ ਵਾਲੇ, ਤਾਂ ਉਹਨਾਂ ਨੂੰ ਫਿਰ ਆਪਣੀ ਦੂਸਰੇ ਏਰੀਆਜ਼ ਦੇ ਵਿੱਚ ਵੀ ਜਿਹੜੀ ਪੋਸਟ ਮਿਲ ਜਾਂਦੀ ਹੈ। ਮੰਨ ਲਓ ਡਿਸਐਡਵਾਂਟੇਜ ਏਰੀਆ ਦੇ ਵਿੱਚ ਉਹਨੀਆਂ ਪੋਸਟਾਂ ਹੀ ਵੇਕੈਂਟ ਨਹੀਂ ਹੈਗੀਆਂ ਜਾਂ ਉਹਨੀਆਂ ਪੋਸਟਾਂ ਹੀ ਅਵੇਲੇਬਲ ਨਹੀਂ ਹੈਗੀਆਂ, ਤਾਂ ਫਿਰ ਉਸਦਾ ਮਤਲਬ ਇਹ ਨਹੀਂ ਹੈ ਕਿ ਸਾਰੇ ਉਸੇ ਏਰੀਆ ਦੇ ਵਿੱਚ ਫਿਲ ਕਰਨੇ ਨੇ। ਅਗਰ ਉੱਥੇ ਪੋਸਟ ਹੈਗੀਆਂ ਨੇ ਤਾਂ ਉੱਥੇ ਅਪਾਇੰਟਮੈਂਟ ਹੋਏਗੀ, ਅਗਰ ਨਹੀਂ ਹੈਗੀਆਂ ਤਾਂ ਮੈਰੀਟੋਰੀਅਸ ਕੈਂਡੀਡੇਟਸ ਜਿਹੜੇ ਹੋਣਗੇ ਫਿਰ ਉਹਨਾਂ ਨੂੰ ਆਪਣੇ ਹੋਮ ਟਾਊਨ ਦੇ ਵਿੱਚ ਸੀਟ ਮਿਲ ਜਾਏਗੀ। ਤਾਂ ਮਤਲਬ ਇਹ ਹੈ ਕਿ ਹੁਣ ਨੈਕਸਟ ਭਰਤੀ ਜਿਹੜੀ ਹੋਗੀ ਉਹਦੇ ਵਿੱਚ ਜ਼ਰੂਰ ਆਪਣੀ ਪੂਰੀ ਪ੍ਰੈਪਰੇਸ਼ਨ ਰੱਖੋ, ਕਿਉਂਕਿ ਨੈਕਸਟ ਭਰਤੀ ਜਿਹੜੀ ਹੁੰਦੀ ਹੈ ਉਹ 'ਚ ਹਾਈ ਮੈਰਿਟ ਵਾਲੇ ਹੋਣਗੇ, ਤਾਂ ਉਹਨਾਂ ਪਾਸ ਚਾਂਸਿਸ ਹੈਗੇ ਕਿ ਉਹਨਾਂ ਨੂੰ ਆਪਣੇ ਹੋਮ ਟਾਊਨ ਦੇ ਵਿੱਚ ਜਿਹੜੀ ਹੈ ਮਿਲ ਜਾਵੇ ਤੇ ਇਹ ਹੈਗਾ ਜੀ ਇਹਦੇ ਵਿੱਚ। ਤੇ ਉਸ ਤੋਂ ਬਾਅਦ ਇਸ ਦੇ ਵਿੱਚ ਜਿਹੜਾ ਹੈ ਆਪਾਂ ਇੱਕ ਗੱਲ ਕੀਤੀ ਸੀ ਜੀ ਪ੍ਰੋਬੇਸ਼ਨ ਪੀਰੀਅਡ ਦੀ, ਆਪਾਂ ਲਾਸਟ ਟਾਈਮ ਵੀ ਵੀਡੀਓ ਦੇ ਵਿੱਚ ਗੱਲ ਕੀਤੀ ਸੀ, ਤੇ ਇਸ ਦੇ ਵਿੱਚ ਵੀ ਜਿਹੜੀ ਗੱਲ ਕਰਾਂਗੇ। ਪ੍ਰੋਬੇਸ਼ਨ ਪੀਰੀਅਡ ਜਿਹੜਾ ਹੈਗਾ ਜੀ ਉਹ 3 ਤੋਂ 4 ਸਾਲ ਦਾ ਨਹੀਂ ਹੋਇਆ। ਇੱਕ ਲਾਈਨ ਜਿਹੜੀ ਹੈਗੀ ਹੈ ਉਹ ਵਰਡ ਜਿਹੜਾ ਉੱਥੇ ਲਿਖਿਆ ਹੋਇਆ ਐਕਸਟੈਂਡੇਬਲ ਵਰਡ ਲਿਖਿਆ ਹੋਇਆ, ਐਕਸਟੈਂਡੇਬਲ ਟੂ 4 ਈਅਰਸ। ਤਾਂ ਐਕਸਟੈਂਡੇਬਲ ਟੂ 4 ਈਅਰਸ ਦਾ ਮਤਲਬ ਇਹ ਨਹੀਂ ਹੁੰਦਾ ਕਿ 4 ਈਅਰਸ ਦਾ ਹੋ ਗਿਆ, ਉਹ ਹੋ ਸਕਦਾ ਹੈ। ਕਿਸ ਕੇਸ ਦੇ ਵਿੱਚ ਹੋ ਸਕਦਾ ਹੈ? ਤਾਂ ਉਸ ਕੇਸ ਦੇ ਵਿੱਚ ਹੋ ਸਕਦਾ ਹੈ ਜੀ ਜਿੱਥੇ ਉਹਨਾਂ ਕਿਸੇ ਟੀਚਰ ਦਾ ਜਿਹੜਾ ਵਰਕ ਹੈਗਾ ਉਹ ਸੈਟਿਸਫੈਕਟਰੀ ਲੈਵਲ ਤੱਕ ਨਾ ਪਾਇਆ ਜਾਵੇ, ਯਾਨੀ ਕਿ ਉਹਨਾਂ ਦਾ ਸੈਟਿਸਫੈਕਟਰੀ ਮਤਲਬ ਉਹਨਾਂ ਦਾ ਕੰਮ ਦੇ ਵਿੱਚ ਕੋਈ ਕਮੀ ਹੈ ਜਾਂ ਉਹ ਨਹੀਂ ਉਹਨਾਂ ਨੂੰ ਸਹੀ ਲੱਗਿਆ, ਤਾਂ ਤਦ ਉਹ ਜਿਹੜਾ ਹੈ 4 ਸਾਲ ਤੱਕ ਦਾ ਵੱਧ ਸਕਦਾ, ਯਾਨੀ ਕਿ 1 ਸਾਲ ਹੋਰ ਵਧਾਇਆ ਜਾ ਸਕਦਾ ਹੈ। ਅਦਰਵਾਈਜ਼ ਉਹਨਾਂ ਦੀ ਜਿਹੜੀ ਅਗਰ ਅਪੁਆਇੰਟ ਕਰ ਲਿਆ ਜਾਂਦਾ ਟੀਚਰ ਪ੍ਰੋਬੇਸ਼ਨ ਤੋਂ ਬਾਅਦ, ਤਾਂ ਫਿਰ 3 ਸਾਲ ਦਾ ਹੀ ਪ੍ਰੋਬੇਸ਼ਨ ਪੀਰੀਅਡ ਹੈ, ਉਸਨੂੰ ਐਕਸਟੈਂਡ ਨਹੀਂ ਕੀਤਾ ਜਾਏਗਾ। ਤਾਂ ਇਸ ਲਾਈਨ ਦਾ ਮਤਲਬ ਇਹ ਨਾ ਸਮਝੋ ਕਿ 4 ਸਾਲ ਦਾ ਹੋ ਗਿਆ, ਪ੍ਰੋਬੇਸ਼ਨ ਪੀਰੀਅਡ ਜਿਹੜਾ ਉਹ 3 ਸਾਲ ਦਾ ਹੀ ਰਹੇਗਾ।
ਤੇ ਜਿਹੜਾ ਪ੍ਰੋਬੇਸ਼ਨ ਪੀਰੀਅਡ ਤੋਂ ਬਾਅਦ ਜਿਹੜਾ 1 ਸਾਲ ਦਾ ਹੋਰ ਐਕਸਟੈਂਡ ਕਰਨ ਦਾ ਇੱਕ ਆਪਸ਼ਨ ਦਿੱਤਾ ਜਾਂਦਾ ਹੈ, ਉਹ ਆਪਸ਼ਨ ਵੀ 1 ਸਾਲ ਦਾ ਹੀ ਰਹੇਗਾ, 4 ਸਾਲ ਤੋਂ ਹੋਰ ਅੱਗੇ ਨਹੀਂ ਵਧਾਇਆ ਜਾ ਸਕਦਾ। ਅਗਰ ਉਸ ਤੋਂ ਬਾਅਦ ਵੀ ਕਿਸੇ ਟੀਚਰ ਦਾ ਜਿਹੜਾ ਹੈ ਨਹੀਂ ਸੈਟਿਸਫੈਕਟਰੀ ਲੈਵਲ ਤੱਕ ਉਹਦਾ ਕੰਮ ਰਹਿੰਦਾ ਤਾਂ ਫਿਰ ਉਸਨੂੰ ਜਿਹੜਾ ਉੱਥੋਂ ਹਟਾ ਦਿੱਤਾ ਜਾਂਦਾ, ਉਹਦੀ ਅਪਾਇੰਟਮੈਂਟ ਨਹੀਂ ਹੁੰਦੀ। ਤਾਂ ਪਰ ਆਪਸ਼ਨ ਵੀ ਉਹਨੂੰ 1 ਸਾਲ ਤੋਂ ਹੋਰ ਜ਼ਿਆਦਾ ਨਹੀਂ ਦਿੱਤਾ ਜਾ ਸਕਦਾ। ਤਾਂ ਪ੍ਰੋਬੇਸ਼ਨ ਪੀਰੀਅਡ ਹਾਲੇ 3 ਸਾਲ ਦਾ ਹੀ ਹੈ, ਕੋਈ ਇਸ ਦੇ ਵਿੱਚ ਵਾਧੇ ਦੀ ਕੋਈ ਗੱਲ ਨਹੀਂ ਹੈ ਇੱਥੇ। ਤੇ ਇਹ ਹੈਗਾ ਜੀ, ਤੁਸੀਂ ਦੇਖ ਸਕਦੇ ਹੋ ਪੂਰਾ ਬਿੱਲ, ਜਿਹੜੀ ਵੀ ਆਪਾਂ ਪਹਿਲਾਂ ਡਿਟੇਲ ਦੇ ਵਿੱਚ ਗੱਲ ਕੀਤੀ ਸੀ ਜਦੋਂ ਪ੍ਰੈਜ਼ੈਂਟ ਕੀਤਾ ਗਿਆ ਸੀਗਾ, ਤੇ ਹੁਣ ਜਿਹੜਾ ਹੈਗਾ ਇਹ ਪੂਰਾ ਬਿੱਲ ਜਿਹੜਾ ਉਹ ਆ ਚੁੱਕਿਆ। ਤੁਸੀਂ ਇਸ ਨੂੰ ਦੇਖ ਸਕਦੇ ਹੋ, ਪੜ੍ਹ ਸਕਦੇ ਹੋ। ਤੇ ਇਹਦੇ ਵਿੱਚ ਜਿਹੜੀ ਮੇਨ ਗੱਲ ਸੀਗੀ ਪੋਸਟਿੰਗ ਦੇ ਰਿਲੇਟਡ ਕਿ ਡਿਸਐਡਵਾਂਟੇਜ ਏਰੀਆ ਦੇ ਵਿੱਚ ਹੀ ਰਹੇਗੀ ਹਰ ਸਾਲ। ਤੁਸੀਂ ਇੱਥੇ ਦੇਖ ਸਕਦੇ ਹੋ 5ਵਾਂ ਪੁਆਇੰਟ ਇੱਥੇ ਹੈਗਾ 31 ਜਨਵਰੀ ਨੂੰ ਹਰ ਸਾਲ, ਕੈਲੰਡਰ ਈਅਰ ਦੇ ਅਕੋਰਡਿੰਗ 31 ਜਨਵਰੀ ਨੂੰ ਹਰ ਸਾਲ ਇਹ ਦੱਸਿਆ ਜਾਏਗਾ ਕਿ ਕਿਹੜੇ ਏਰੀਆਜ਼ ਜਿਹੜੇ ਨੇ ਉਹ ਡਿਸਐਡਵਾਂਟੇਜ ਏਰੀਆ ਦੇ ਵਿੱਚ ਆਉਂਦੇ ਨੇ। ਬੋਰਡਰ ਏਰੀਆ ਦੇ ਵਿੱਚ ਹੈ ਹੀ ਹੈ, ਪਲੱਸ ਐਜੂਕੇਸ਼ਨਲ ਬਲੋਕਸ ਵੀ ਇਹਦੇ ਵਿੱਚ ਕੁਝ ਐਡ ਹੋ ਜਾਣਗੇ, ਜਿੱਥੇ 20% ਤੋਂ ਜਿਹੜੇ ਜ਼ਿਆਦਾ ਸੀਟਸ ਹੈ ਵੀਕੈਂਟ ਪਈਆਂ ਨੇ ਤਾਂ ਉਹ ਵੀ ਇਹਦੇ ਵਿੱਚ ਐਡ ਹੋ ਜਾਣਗੇ। ਤਾਂ ਉਹਨਾਂ ਸਾਰਿਆਂ ਦੀ ਸੀਟਸ ਦੀ ਜਿਹੜੀ ਲਿਸਟ ਹੈਗੀ ਹੈ ਉਹ ਹਰ ਸਾਲ 31 ਜਨਵਰੀ ਨੂੰ ਆਊਟ ਕੀਤੀ ਜਾਏਗੀ। ਤੇ ਉੱਥੇ ਸਭ ਤੋਂ ਨਵੀਂ ਭਰਤੀ ਦੀ ਸਭ ਤੋਂ ਪਹਿਲੀ ਪੋਸਟਿੰਗ ਇਹਨਾਂ ਏਰੀਆਜ਼ ਦੇ ਵਿੱਚ ਹੋਏਗੀ, ਤੇ ਉੱਥੇ ਜਿਹੜੇ ਲੱਗੇ ਹੋਣਗੇ ਉਹਨਾਂ ਦੀ ਟਰਾਂਸਫਰਸ ਹੋ ਜਾਏਗੀ। ਤੇ ਅਗਰ ਕੋਈ ਸੀਟਸ ਵੇਕੈਂਟ ਨਹੀਂ ਹੈਗੀਆਂ ਜਾਂ ਉਹ ਸੀਟਸ ਹੁੰਦੀਆਂ ਨਹੀਂ ਹੈਗੀਆਂ ਤਾਂ ਮੈਰੀਟੋਰੀਅਸ ਕੈਂਡੀਡੇਟਸ ਨੂੰ ਆਪਣੇ ਹੋਮ ਟਾਊਨ ਵੀ ਮਿਲ ਸਕਦੇ ਨੇ। ਠੀਕ, ਤਾਂ ਆਪਣੀ ਪ੍ਰੈਪਰੇਸ਼ਨ ਪੂਰੀ ਰੱਖੋ, ਜ਼ਿਆਦਾ ਤੋਂ ਜ਼ਿਆਦਾ ਤੁਸੀਂ ਆਪਣੀ ਪ੍ਰੈਪਰੇਸ਼ਨ ਕਰੋ ਤਾਂ ਕਿ ਥੋੜ੍ਹੀ ਜ਼ਿਆਦਾ ਹਾਈ ਰੈਂਕ ਆ ਸਕਣ ਤੇ ਤੁਸੀਂ ਮੈਰੀਟੋਰੀਅਸ ਕੈਂਡੀਡੇਟ ਨੂੰ ਜਿਹੜੇ ਚਾਂਸਿਸ ਹੈਗੇ ਕਿ ਹੋਮ ਟਾਊਨ ਮਿਲ ਜਾਏਗਾ। ਬਾਕੀ ਇਸ ਦੇ ਵਿੱਚ ਪ੍ਰੋਬੇਸ਼ਨ ਪੀਰੀਅਡ ਦੀ ਗੱਲ ਕੀਤੀ ਆਪਾਂ, ਪ੍ਰੋਬੇਸ਼ਨ ਪੀਰੀਅਡ ਜਿਹੜਾ 3 ਤੋਂ 4 ਸਾਲ ਦਾ ਨਹੀਂ ਹੋਇਆ, 3 ਸਾਲ ਦਾ ਹੀ ਰਹੇਗਾ। ਤੇ ਇਸੇ ਦੀ ਇਨਫੋਰਮੇਸ਼ਨ ਆਈ ਹੋਪ ਤੁਹਾਡੇ ਲਈ ਯੂਜ਼ਫੁਲ ਰਹੀ ਹੋਏਗੀ। ਪਲੀਜ਼ ਵੀਡੀਓ ਨੂੰ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇੰਨੀ ਇੰਪੋਰਟੈਂਟ ਇਨਫੋਰਮੇਸ਼ਨ ਸਭ ਤੱਕ ਪਹੁੰਚ ਸਕੇ, ਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ। ਹਰ ਇੱਕ ਲੇਟੈਸਟ ਇਨਫੋਰਮੇਸ਼ਨ ਨੂੰ ਟਾਈਮ ਸਿਰ ਤੇ ਸਭ ਤੋਂ ਪਹਿਲਾਂ ਪਾਉਣ ਲਈ ਤੁਸੀਂ ਫੇਸਬੁੱਕ ਜਾਂ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਸਕਦੇ ਹੋ। ਉਸਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ। ਥੈਂਕ ਯੂ।